सतनाम श्री वाहिगुरु साहिब जीओ। ज्ञान ध्यान किछ कर्म ना जाना, नाहिन निर्मल करनी। साधे संगत कै अंचल लावहु, बिखम नदी जाए तरणी। जेता समुंद सागर नीर भरिया, ते औगण हमारे। दया करो किछ मेहरो पावो, डुबदे पत्थर तारे। जियड़ा गना बराबर दबै, भीतर वगै घाती। प्रण वाते नानक हुक्म पछाणै, सुख होवै दिन राती। प्रणवत नानक हुक्म पछाणै, सुख होवै दिन राती। जुगो जुग अटल। चवर शद्र तखत दे मालक, दसां पातशाहियां जी दी जोत। हाजर नाजर श्री गुरु ग्रंथ ਸਾਹਿਬ ਮਹਾਰਾਜ ਦੇ पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी। गुरु की साजी साज के नवाजी, गुरु का खास रूप खालसा साध संगत जीओ। आओ कुछ समय ਲਈ सतगुरु जी ਦੇ पावन पवित्र चरण कमलों ਦੇ ਨਾਲ ਮਨ ਵਿਰਤੀਆਂ एकाग्र करके जुड़ करके बैठने की कृपालता करिए। समय और ਸਵਾਸਾਂ ਨੂੰ सफला करिए, सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕੀਤੀ ਹੈ, ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਜੀ ਆ ਭਾਈ ਕੀ ਡਰੋਲੀ ਤੋਂ ਚੱਲ ਕੇ ਸਤਿਗੁਰੂ ਜੀ ਇੱਧਰ ਭਾਈ ਰੂਪੇ ਨਗਰ ਵਿਖੇ ਪਧਾਰੇ ਨੇ, ਪਹੁੰਚੇ ਨੇ। ਉੱਥੇ ਸਤਿਗੁਰੂ ਜੀ ਪਹੁੰਚ ਕਰਕੇ ਰਾਜੇ ਜੋਧਰਾਏ ਨੂੰ ਮਿਲਣਾ ਕੀਤੇ, ਜਿਹੜਾ ਬਹੁਤ ਵੱਡਾ ਬਲਵਾਨ ਸੂਰਮਾ ਯੋਧਾ ਏ, ਜਿਹਨੂੰ ਪੁਸਤਾਂ ਦੇ ਵਿੱਚੋਂ ਇਹ ਰਾਜ ਭਾਗ ਪ੍ਰਾਪਤ ਹੋਣਾ ਕੀਤਾ। ਤੇ ਇਹ ਜਿਹੜਾ ਜੋਧਰਾਏ ਹੈ, ਇਹ 500 ਸੂਰਮਿਆਂ ਦੇ ਨਾਲ ਫੌਜਾਂ ਦੇ ਨਾਲ ਜਾਂਦਾ, ਜਿੱਧਰ ਵੀ ਜਾਂਦਾ ਜਿੱਥੇ ਵੀ ਜਾਂਦਾ। ਕਾਫੀ ਵੱਡੀ ਤਾਦਾਦ ਦੇ ਵਿੱਚ ਇਹਦੇ ਨਾਲ ਫੌਜਾਂ ਰਹਿੰਦੀਆਂ ਨੇ। ਤੇ ਉਸ ਵੇਲੇ ਕਹਿੰਦੇ ਇਹਦੀ ਜਿਹੜੀ ਪਤਨੀ ਹੈ, ਉਹਨੇ ਸਤਿਗੁਰੂ ਗੁਰੂ ਨਾਨਕ ਦੇ ਦਰਕਾਰ ਦੀ ਮਹਿਮਾ ਵਡਿਆਈ ਇਹਨੂੰ ਦੱਸੀ ਤੇ ਪ੍ਰੇਰਿਤ ਹੋ ਕੇ ਸਤਿਗੁਰੂ ਦੇ ਸਨਮੁਖ ਪਹੁੰਚਿਆ। ਵੈਸੇ ਇਹਦੇ ਹਿਰਦੇ ਵਿੱਚ ਇਹਨਾਂ ਦੀ ਪੁਸਤਾਂ ਵਿੱਚ ਕਦਾਚਿਤ ਵੀ ਸਿੱਖੀ ਦਾ ਕੋਈ ਮਹੱਤਵ ਪਤਾ ਨਹੀਂ ਸੀ, ਪਰ ਜਦੋਂ ਇਹਦੀ ਪਤਨੀ ਨੇ ਸਿੱਖਾਂ ਦੀ, ਇਹ ਲੜਕੀ ਇਹਦੀ ਪਤਨੀ, ਉਹਨੇ ਜਦੋਂ ਪ੍ਰੇਰਿਤ ਕੀਤਾ ਇਹਨੂੰ ਕਿ ਇਦਾਂ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਕਰਦੇ ਆ, ਉਸ ਵੇਲੇ ਉਹ ਜਿਹੜੀ
ਇਹ ਜੋਧ ਰਾਏ ਦੀ ਮੱਤ ਹੈ, ਸੋਚ ਹੈ, ਵਿਚਾਰ ਹੈ, ਤਬਦੀਲ ਹੋਈ। ਸਤਿਗੁਰ ਦੇ ਸਨਮੁਖ ਪਹੁੰਚਿਆ ਭਾਈ ਰੂਪੇ ਨਗਰ ਵਿਖੇ। ਕਾਫੀ ਵੱਡੀ ਤਾਦਾਦ ਦੇ ਵਿੱਚ ਫੌਜ ਲੈ ਕੇ 500 ਦੀ ਫੌਜ ਲੈ ਕੇ ਪਹੁੰਚਿਆ। ਉੱਥੇ ਸਤਿਗੁਰੂ ਜੀ ਦੇ ਨਾਲ ਕਾਫੀ ਵੱਡੀਆਂ ਵਿਚਾਰਾਂ ਕੀਤੀਆਂ, ਜੰਗਾਂ ਯੁੱਧਾਂ ਪ੍ਰਤੀ ਵਿਚਾਰ ਕੀਤੀ ਹੈ, ਗੱਲਾਂ ਬਾਤਾਂ ਕੀਤੀਆਂ। ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ ਹੈ ਤੇ ਜੋਧ ਰਾਏ ਉੱਥੇ ਕਾਫੀ ਲੰਮੇ ਸਮੇਂ ਤੱਕ ਸਤਿਗੁਰੂ ਦੇ ਸਨਮੁਖ ਰਿਹਾ। ਰੋਜ਼ਾਨਾ ਸਤਿਗੁਰੂ ਦੇ ਸਨਮੁਖ ਦਰਸ਼ਨ ਕਰਦਾ ਏ, ਜੰਗਾਂ ਯੁੱਧਾਂ ਦੀਆਂ ਵਿਚਾਰਾਂ ਗੱਲਾਂ ਬਾਤਾਂ ਕਰਦਾ ਏ। ਤੇ 2 ਵਾਰ ਜਿਵੇਂ ਕਿਵੇਂ ਕਹਿੰਦੇ ਸਮੇਂ ਦੀ ਸਰਕਾਰ ਸ਼ਾਹਜਹਾਨ ਨੇ ਕਿਵੇਂ ਕਰਕੇ ਸਤਿਗੁਰ ਦੇ 2 ਦਫਾ ਫੌਜ ਚੜਾ ਕੇ ਲਿਆਂਦੀ ਤੇ ਸਤਿਗੁਰ ਨੇ ਕਿਵੇਂ ਡਟ ਕੇ ਮੁਕਾਬਲਾ ਕੀਤਾ। ਗੁਰੂ ਦੇ ਸਿੱਖਾਂ ਨੇ ਸਾਰੀ ਵਿਚਾਰ ਦੱਸੀ ਹੈ ਤੇ ਬਾਅਦ ਵਿੱਚ ਸਮਾਂ ਬਤੀਤ ਹੁੰਦਾ ਗਿਆ। ਏਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਦੀ ਹੈ। ਸੰਗਤਾਂ ਸਤਿਗੁਰ ਦੇ ਸਨਮੁਖ ਭਾਈ ਰੂਪੇ ਨਗਰ ਵਿਖੇ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ, ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਦੀਆਂ। ਕਹਿੰਦੇ ਭਾਈ ਰੂਪੇ ਨਗਰ ਵਿਖੇ ਏਦਾਂ ਰੌਣਕਾਂ ਲੱਗੀਆਂ, ਬਖਸ਼ਿਸ਼ ਰਹਿਮਤ ਵਰਤ ਰਹੀ ਹੈ ਤੇ ਸੰਗਤਾਂ ਕਾਫੀ ਤਾਦਾਦ ਦੇ ਵਿੱਚ ਆਉਂਦੀਆਂ, ਕਾਫੀ ਤਾਦਾਦ ਦੇ ਵਿੱਚ ਸਤਿਗੁਰ ਦੇ ਦਰਸ਼ਨ ਕਰਕੇ ਵਾਪਸ ਚਲੀਆਂ ਜਾਂਦੀਆਂ ਨੇ। ਵੱਡੇ ਪੱਧਰ ਤੇ ਜਲ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ। ਸੰਗਤਾਂ ਸਤਿਗੁਰੂ ਜੀ ਨੂੰ ਸਨਮੁਖ ਬੇਅੰਤ ਕੀਮਤੀ ਬਹੁਮੁੱਲੀਆਂ ਭੇਟਾਵਾਂ ਅਰਪਣ ਪਏ ਕਰਦੀਆਂ ਨੇ। ਸਤਿਗੁਰੂ ਦੀ ਕਿਰਪਾ ਰਹਿਮਤ ਵਰਤਦੀ। ਹੁਣ ਭੇਟਾਵਾਂ ਦੇ ਵਿੱਚ ਕੋਈ ਸਤਿਗੁਰੂ ਜੀ ਨੂੰ ਕੋੜੇ ਅਰਪਣ ਕਰਦਾ, ਕੋਈ ਸ਼ਾਸਤਰ ਵਸਤਰ ਅਰਪਣ ਕਰਦਾ ਏ। ਸਤਿਗੁਰ ਦੇ ਸਨਮੁਖ ਲਿਆ ਕੇ ਬਹੁਮੁੱਲੀ ਕੀਮਤੀ ਭੇਟਾਵਾਂ ਅਰਪਣ ਪਏ ਕਰਦੇ ਨੇ। ਇਸੇ ਤਰ੍ਹਾਂ ਇਧਰੋਂ ਕਹਿੰਦੇ ਕਾਬਲ ਤੋਂ ਸੰਗਤ ਆਈ ਹੈ ਤੇ ਸਤਿਗੁਰ ਦੇ ਸਨਮੁਖ ਕਈ ਦਫਾ ਕਈ ਅਮੀਰ ਤੋਂ ਅਮੀਰ ਲੋਕ ਸਤਿਗੁਰ ਦੇ ਸਨਮੁਖ ਆਉਂਦੇ ਦਰਸ਼ਨ ਕਰਦੇ ਨੇ। ਭੇਟਾਂ ਅਰਪਣ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਸੰਨਤਾ ਪ੍ਰਾਪਤ ਕਰਦੇ ਆ। ਤੇ ਕਾਬਲ ਤੋਂ ਕਹਿੰਦੇ ਸੰਗਤ ਆਈ ਇਧਰੋਂ ਬਹੁਤ ਵੱਡੀ ਗਿਣਤੀ ਦੇ ਵਿੱਚ, ਵੱਡੇ ਇਕੱਠ ਦੇ ਵਿੱਚ, ਜੋ ਕਿ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਹੈ। ਉਹਦੇ ਵਿੱਚ 2 ਗੁਰੂ ਦੇ ਸਿੱਖ ਮਸੰਦ ਹੈ, ਜੇ ਕਿ ਬਹੁਤ ਅਮੀਰ ਹੈ, ਜਿਨ੍ਹਾਂ ਦੇ ਉੱਤੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੈ। ਉਹ ਕਹਿੰਦੇ ਕਾਬਲ ਤੋਂ ਇਧਰੋਂ ਚੱਲ ਕੇ ਆਏ। ਉਹਨਾਂ ਦਾ ਨਾਮ ਕਵੀ ਸੰਤੋਖ ਸਿੰਘ ਜੀ ਇਤਿਹਾਸ ਦੇ ਵਿੱਚ ਵਰਣਨ ਕਰਦੇ। ਕਹਿੰਦੇ ਬਖਤ ਮੱਲ ਜੀ, ਭਾਈ ਬਖਤ ਮੱਲ ਜੀ, ਇਹ ਸਤਿਗੁਰੂ ਜੀ ਦਾ ਜਿਹੜਾ ਬਹੁਤ ਪਿਆਰਾ ਸਿੱਖ ਹੈ, ਅਨੰਨ ਪਿਆਰਾ ਸਿੱਖ ਹੈ, ਮਸੰਦ ਹੈ। ਦੂਜਾ ਸਿੱਖ ਤਾਰਾ ਮੱਲ ਜੀ, ਕਹਿੰਦੇ ਦੋਨੋਂ ਸਤਿਗੁਰ ਦੇ ਬੜੇ ਪਿਆਰੇ ਬੜੇ ਸੇਵਕ ਨੇ। ਤਾਰਾ ਚੰਦ ਜੀ ਇਹ ਬਹੁਤ ਪਿਆਰੇ ਸਤਿਗੁਰ ਦੇ ਸੇਵਕ ਨੇ ਦੋਨੋਂ ਜਣੇ। ਤੇ ਕਾਬਲ ਤੋਂ ਚੱਲ ਕੇ ਸੰਗਤ ਵੱਡੀ ਤਾਦਾਦ ਦੇ ਵਿੱਚ ਇਹਨਾਂ ਦੇ ਨਾਲ ਆਉਣਾ ਕੀਤੀ। ਉਹਨਾਂ ਨੇ ਰਸਤੇ ਵਿੱਚ ਅਨੇਕ ਵੱਡੇ ਪੈਂਡੇ ਨੂੰ ਤੈਅ ਕਰਦੇ ਇੱਧਰ ਵੱਡੇ ਪੜਾਉ ਨੂੰ ਤੈਅ ਕਰਦੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਲਾਹੌਰ ਤੋਂ ਹੁੰਦੇ ਹੋਏ ਸਤਿਗੁਰ ਦੇ ਸਨਮੁਖ ਪਹੁੰਚੇ ਆ ਤੇ ਰਸਤੇ ਦੇ ਵਿੱਚ ਜਿਉਂ ਤਿਉਂ ਕਰਦੇ ਪੈਂਡੇ ਨੂੰ ਤੈਅ ਕਰਦੇ ਵੱਡੀ ਸੰਗਤ ਦੇ ਇਕੱਠ ਦੇ ਵਿੱਚ ਸਤਿਗੁਰੂ ਦੇ ਸਨਮੁਖ ਪਹੁੰਚਣਾ ਕੀਤੇ। ਤੇ ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਜੀ ਭਾਈ ਰੂਪੇ ਨਗਰ ਵਿਖੇ ਸਤਿਗੁਰੂ ਜੀ ਦੀਵਾਨ ਸਜਾ ਕਰਕੇ ਵਿਰਾਜਮਾਨ ਹਨ, ਬੈਠੇ ਨੇ ਤੇ ਅਰਦਾਸੀਏ ਅਰਦਾਸਾਂ ਬੇਨਤੀਆਂ ਕਰਦੇ ਦੱਸਦੇ ਨੇ ਸਤਿਗੁਰੂ ਜੀ ਨੂੰ, ਸਤਿਗੁਰੂ ਜੀ ਆ ਫਲਾਣੀ ਸੰਗਤ ਫਲਾਣੇ ਨਗਰ ਤੋਂ ਇਲਾਕੇ ਤੋਂ ਆਉਣਾ ਕੀਤੀ ਹੈ, ਇਹਨਾਂ ਨੇ ਆ ਭੇਟਾਵਾਂ ਲਿਆ ਕੇ ਅਰਪਣ ਕੀਤੀਆਂ। ਮੇਵੜੇ ਅਰਦਾਸਾਂ ਪਏ ਕਰਦੇ ਨੇ ਸਤਿਗੁਰੂ ਦੇ ਸਨਮੁਖ। ਤੇ ਜਿਉਂ ਹੀ
ਜਿਹੜੇ ਪਾਸੇ ਦੀ ਸੰਗਤ ਪ੍ਰਤੀ ਉਹ ਮੇਵੜੇ ਸਤਿਗੁਰੂ ਜੀ ਨੂੰ ਵਰਣਨ ਕਰਦੇ ਨੇ ਤੇ ਸਤਿਗੁਰੂ ਜੀ ਉਧਰਲੇ ਪਾਸੇ ਹੀ ਮੁਖ ਕਰਕੇ ਬਖਸ਼ਿਸ਼ਾਂ ਰਹਿਮਤਾਂ ਵਰਤਾ ਦਿੰਦੇ ਨੇ। ਨਦਰੋ ਨਦਰ ਨਿਹਾਲ ਪੇ ਕਰਦੇ ਨੇ ਸਤਿਗੁਰੂ ਜੀ। ਤੇ ਗੁਰੂ ਪਿਆਰਿਓ, ਇਦਾਂ ਸਤਿਗੁਰ ਦੇ ਸਨਮੁਖ ਸੰਗਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ, ਲੰਮੀ ਵੱਡੀ ਲਾਈਨ ਦੇ ਵਿੱਚ, ਕਤਾਰ ਦੇ ਵਿੱਚ ਸੰਗਤਾਂ ਖਲੋਤੀਆਂ ਨੇ ਤੇ ਸਤਿਗੁਰ ਦੀ ਕਿਰਪਾ ਰਹਿਮਤ ਹੁੰਦੀ। ਕੋਈ ਵੀ ਮਨੁੱਖ ਹੁੰਦਾ ਕਿ ਭੇਟਾ ਅਰਪਣ ਕਰਦਾ, ਕੋਈ ਕਿੱਦਾਂ ਦੀ ਭੇਟਾ ਅਰਪਣ ਕਰਦਾ, ਕੋਈ ਕਿੱਦਾਂ ਦੀ, ਆਪਣੇ ਵੱਲੋਂ ਪਿਆਰ ਸਹਿਤ ਪੂਰਾ ਜ਼ੋਰ ਲਾ ਕੇ ਸਤਿਗੁਰ ਦੇ ਸਤਿਕਾਰ ਸਹਿਤ ਉਹ ਭੇਟਾ ਅਰਪਣ ਕਰਦਾ ਸਤਿਗੁਰ ਦੇ ਸਨਮੁਖ। ਤੇ ਸਤਿਗੁਰੂ ਜੀ ਸਭਨਾਵਾਂ ਦੀਆਂ ਭੇਟਾਵਾਂ ਪ੍ਰਾਪਤ ਕਰ ਰਹੇ ਨੇ। ਵੱਡਾ ਅੰਬਾਰ ਲੱਗ ਗਿਆ ਭੇਟਾਵਾਂ ਦਾ। ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਹੈ। ਤੇ ਉਸ ਵੇਲੇ ਕਹਿੰਦੇ ਇਹ ਹੁਣ ਕਾਬਲ ਤੋਂ ਜਿਹੜੇ ਸਤਿਗੁਰ ਦੇ ਸੰਗਤ ਆਈ, ਉਹਨਾਂ ਦੇ ਵਿੱਚੋਂ ਭਗਤ ਮਲ ਤਾਰਾ ਚੰਦ ਦੋਨੋਂ ਸਿੱਖ ਆਏ ਨੇ। ਤੇ ਜਿਸ ਵੇਲੇ ਸਤਿਗੁਰ ਦੇ ਸਨਮੁਖ ਪਹੁੰਚੇ, ਉਹਨਾਂ ਨੇ ਸਤਿਗੁਰ ਦੇ ਦਰਸ਼ਨ ਕੀਤੇ ਆ। ਜਿਹੜੀ ਹਿਰਦੇ ਵਿੱਚ ਤਾਂਗ ਸੀ ਨਾ ਸਤਿਗੁਰ ਦੇ ਦਰਸ਼ਨ ਕਰਨ ਦੀ, ਉਹ ਜਦੋਂ ਦਰਸ਼ਨ ਕੀਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ, ਮਨ ਨੂੰ ਸਕੂਨ ਪ੍ਰਾਪਤ ਹੋਇਆ, ਹਿਰਦੇ ਵਿੱਚ ਆਨੰਦ ਪ੍ਰਾਪਤ ਹੋਇਆ। ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਹੈ। ਤੇ ਗੁਰੂ ਪਿਆਰਿਓ, ਜਿਸ ਵੇਲੇ ਸਤਿਗੁਰ ਦੇ ਮੇਵੜੇ ਨੇ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜੀ ਆ ਸੰਗਤ ਸਤਿਗੁਰੂ ਜੀ ਇਧਰੋਂ ਕਾਬਲ ਤੋਂ ਚੱਲ ਕੇ ਹੀ ਵੱਡੀ ਤਾਦਾਦ ਦੇ ਵਿੱਚ ਵਹੀਰਾਂ ਕੱਤ ਦੀ ਪਹੁੰਚੀ ਹੈ। ਤੇ ਸਤਿਗੁਰ ਨੇ ਜਕਦਮ ਪੁੱਛਿਆ, ਕਹਿੰਦੇ ਭਾਈ ਸਿੱਖੋ, ਕਾਬਲ ਤੋਂ ਹੋ ਕੇ ਆਏ ਹੋ, ਰਸਤੇ ਵਿੱਚ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਦੀ ਹੋ ਕੇ ਆਏ ਹੋਵੋਗੇ ਲਾਹੌਰ ਤੋਂ। ਕੀ ਤੁਸੀਂ ਅੰਮ੍ਰਿਤਸਰ ਦੀ ਧਰਤੀ ਦੇ ਦਰਸ਼ਨ ਕੀਤੇ ਆ ਜਾਂ ਨਹੀਂ? ਦਰਬਾਰ ਸਾਹਿਬ ਵਿਖੇ ਗਏ ਸਾਂ ਜਾਂ ਨਹੀਂ? ਜਿਸ ਵੇਲੇ ਸਤਿਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਇਦਾਂ ਗਏ, ਉਹਨਾਂ ਸਿੱਖਾਂ ਨੇ ਦੱਸਿਆ, ਕਹਿੰਦੇ ਸਤਿਗੁਰੂ ਜੀ ਸਾਨੂੰ ਜਦੋਂ ਪਤਾ ਲੱਗਿਆ ਕਿ ਆਪ ਜੀ ਦਰ ਭਾਈ ਰੂਪੇ ਨਗਰ ਵਿਖੇ ਵਿਰਾਜਮਾਨ ਹੋ, ਤੇ ਸਾਡੇ ਮਨ ਦੇ ਵਿੱਚ ਕੇਵਲ ਆਪ ਜੀ ਦੇ ਦਰਸ਼ਨ ਕਰਨ ਦੀ ਤਾਂਘ ਸੀ, ਖਿੱਚ ਸੀ। ਅਸੀਂ ਤੇ ਕੇਵਲ ਦਰਸ਼ਨਾਂ ਦੀ ਚਾਹਤ ਲੈ ਕੇ ਇੱਧਰ ਦੌੜੇ ਆਏ ਆ। ਹਾਂ, ਸਾਡੇ ਮਨ ਵਿੱਚ ਜ਼ਰੂਰ ਆਸ ਹੈ, ਭਾਵਨਾ ਕਿ ਅਸੀਂ ਅੰਮ੍ਰਿਤਸਰ ਦੇ ਪਾਕ ਪਵਿੱਤਰ ਧਰਤੀ ਦੇ ਦਰਸ਼ਨ ਕਰੀਏ, ਦਰਬਾਰ ਸਾਹਿਬ ਜਾਈਏ, ਸਰੋਵਰ ਵਿੱਚ ਇਸ਼ਨਾਨ ਕਰੀਏ। ਸਾਡੇ ਮਨ ਵਿੱਚ ਖਿੱਚ ਜ਼ਰੂਰ ਹੈ, ਪਰ ਸਤਿਗੁਰੂ ਜੀ ਪਹਿਲਾਂ ਆਪ ਜੀ ਦੇ ਦਰਸ਼ਨ ਕਰਨ ਦੀ ਚਾਹਤ ਸੀ ਮਨ ਵਿੱਚ। ਦਰਸ਼ਨ ਜ਼ਰੂਰ ਕਰਾਂਗੇ, ਜਾਂਦੇ ਵਾਪਸ ਜ਼ਰੂਰ ਉੱਥੇ ਹੋ ਕੇ ਜਾਵਾਂਗੇ। ਤੇ ਸਤਿਗੁਰੂ ਜੀ ਨੇ ਉਸ ਵੇਲੇ ਬਚਨ ਕੀਤੇ, ਕਹਿੰਦੇ ਭਾਈ ਸਿੱਖੋ, ਰਸਤੇ ਵਿੱਚ ਵੱਡਾ ਲੰਮਾ ਪੈਂਡਾ ਤੈਅ ਕਰਕੇ ਆਏ ਹੋ, ਰਸਤੇ ਦੀ ਕੋਈ ਖਬਰਸਾਰ ਦੱਸੋ, ਕੀ ਬਤੀਤ ਹੋਇਆ ਤੁਹਾਡੇ ਨਾਲ, ਕਿਵੇਂ ਕਿਵੇਂ ਕਰਕੇ ਤੁਸੀਂ ਰਸਤੇ ਵਿੱਚ ਆਏ ਹੋ? ਉਹਨਾਂ ਸਿੱਖਾਂ ਨੇ ਦੱਸਿਆ, ਕਹਿੰਦੇ ਸਤਿਗੁਰੂ ਜੀ ਜਿਸ ਵੇਲੇ ਆਪ ਜੀ ਦੀ ਕਿਰਪਾ ਰਹਿਮਤ ਵਰਤੀ, ਅਸੀਂ ਕਾਬਲ ਤੋਂ ਅਰਦਾਸਾਂ ਬੇਨਤੀਆਂ ਕਰਕੇ ਤੁਰੇ, ਰਾਸਤੇ ਵਿੱਚ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਵਰਤਦੀਆਂ ਹੋਈਆਂ ਆਈਆਂ ਨੇ। ਅਸੀਂ ਵੱਡਿਆਂ ਸੰਗਤਾਂ ਨੂੰ ਮਿਲੇ, ਸੰਗਤਾਂ ਨੇ ਸਾਡੇ ਉੱਤੇ ਬਖਸ਼ਿਸ਼ ਰਹਿਮਤ ਵਰਤਾਈ। ਆਪ ਜੀ ਦੇ ਸਨਮੁਖ ਪਹੁੰਚਣ ਦੀ ਵਿਚਾਰ ਦੇ ਵਿੱਚ ਉਹਨਾਂ ਨੇ, ਲੋਕਾਂ ਨੇ ਸਾਡਾ ਵੱਡਾ ਸਤਿਕਾਰ ਕੀਤਾ। ਸਾਡੇ ਤੇ ਆਪ ਜੀ ਦੀ ਕਿਰਪਾ ਰਹਿਮਤ ਵਰਤੀ ਹੈ। ਐ ਸਤਿਗੁਰੂ ਜੀ, ਜਿਸ ਵੇਲੇ ਅਸੀਂ ਰਾਸਤੇ ਵਿੱਚ ਆਉਂਦੇ ਸਾਂ, ਕਿਸੇ ਵੀ ਨਗਰ ਵਿੱਚ ਪਧਾਰਦੇ, ਖਲੋਂਦੇ ਜਾਂ ਪੜਾਓ ਕਰਦੇ ਸਾਂ ਰਾਤ ਦੇ ਸਮੇਂ, ਉਸ ਨਗਰ ਦੀ ਸੰਗਤ ਨੂੰ ਜਿਉਂ ਹੀ ਪਤਾ ਲੱਗਦਾ ਕਿ ਸੰਗਤ ਗੁਰੂ ਦਰਬਾਰ ਵਿਖੇ ਗੁਰੂ ਸਤਿਗੁਰ ਦੇ ਸਨਮੁਖ ਪਹੁੰਚਣ ਵਾਲੀ ਹੈ, ਸਤਿਗੁਰ ਦੇ ਸਨਮੁਖ ਜਾਣ ਵਾਲੀ, ਤੇ ਸਤਿਗੁਰ ਦੀ ਸੰਗਤ ਰੱਬ ਦਾ ਰੂਪ ਹੈ। ਜਿੱਥੇ ਸਤਿਗੁਰ ਦੀ ਵਿਚਾਰ ਹੈ ਉੱਥੇ ਸਤਿਗੁਰ ਦੀ ਸੰਗਤ ਹੈ। ਸਤਿਗੁਰ ਦੀ ਸੰਗਤ ਵਿੱਚ ਕੋਈ ਭੇਦ ਭਾਵ ਨਹੀਂ ਹੈ। ਗੁਰਬਾਣੀ ਵੀ ਕਹਿੰਦੀ ਵਿੱਚ ਸੰਗਤ
ਸੰਗਤ ਦੇ ਵਿੱਚ ਤੇ ਕਹਿੰਦੇ ਪ੍ਰਮਾਤਮਾ ਵਸਦਾ ਏ, ਉਹ ਵਾਹਿਗੁਰੂ ਪ੍ਰਮਾਤਮਾ ਵਸਦਾ ਏ, ਵਿੱਚ ਸੰਗਤ ਪ੍ਰਭ ਜੀ ਵਸੈ। ਪ੍ਰਭੂ ਪਰਮਾਤਮਾ ਸੰਗਤ ਦੇ ਵਿੱਚ ਵਸਦੇ ਨੇ, ਹਾਜ਼ਰ ਨਾਜ਼ਰ ਮੌਜੂਦ ਨੇ। ਜਿੱਥੇ ਸਤਿਗੁਰ ਦੀ ਸੰਗਤ ਹੈ ਕਹਿੰਦੇ ਉੱਥੇ ਪ੍ਰਮਾਤਮਾ ਮੌਜੂਦ ਹੁੰਦੇ ਨੇ, ਹਾਜ਼ਰ ਨਾਜ਼ਰ ਹੁੰਦੇ ਨੇ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਇੱਕ ਦਫਾ ਦੀ ਵਿਚਾਰ ਹੈ, ਟੂਕ ਮਾਤਰ ਵਿਚਾਰ ਕਰਾਂ ਪਿਆਰਿਓ। ਕਹਿੰਦੇ ਇੱਕ ਦਫਾ ਨਾਰਦ ਮੁਨੀ ਜੀ ਪਰਮਾਤਮਾ ਨੂੰ ਢੂੰਡਣ ਲੱਗੇ ਨੇ, ਲੱਭਣ ਲੱਗੇ। ਉਹਨੇ ਬੜਾ ਕੋਸ਼ਿਸ਼ ਕੀਤੀ ਕਿੱਥੇ ਪਰਮਾਤਮਾ ਦੀ ਪ੍ਰਾਪਤੀ ਹੋਵੇ, ਦਰਸ਼ਨ ਕਰਾਂ। ਤੇ ਨਾਰਦ ਮੁਨੀ ਸ਼ਿਵਪੁਰੀ ਵਿੱਚ ਗਿਆ, ਬ੍ਰਹਮਪੁਰੀ ਵਿੱਚ ਗਿਆ। ਉਹਨੇ ਬੜੀਆਂ ਪੁਰੀਆਂ ਦੀ ਢੂੰਡ ਕੀਤੀ, ਕਿਤੋਂ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਮਿਲੀ, ਲੱਭੇ ਨਹੀਂ, ਦਰਸ਼ਨ ਨਹੀਂ ਹੋਏ ਉਹਨੂੰ। ਮਨ ਵਿੱਚ ਬੜਾ ਉਦਾਸ ਹੈ ਨਾਰਦ ਮੁਨੀ। ਤੇ ਉਸ ਵੇਲੇ ਨਾਰਦ ਮੁਨੀ ਨੇ ਜਦੋਂ ਦੇਖਿਆ ਪਰਮਾਤਮਾ ਕਿਤੋਂ ਨਹੀਂ ਮਿਲਦੇ, ਕੀਤਾ ਕੀ ਜਾਵੇ। ਤੇ ਬਾਅਦ ਵਿੱਚ ਕਹਿੰਦੇ ਥੱਕ ਹਾਰ ਕੇ ਇੱਕ ਉੱਚੀ ਅਸਥਾਨ ਜਗ੍ਹਾ ਤੇ ਨਾਰਦ ਮੁਨੀ ਜੀ ਬਹਿ ਗਏ। ਕੀ ਦੇਖਦੇ ਨੇ, ਆਓ ਸਾਹਮਣੇ ਵੱਡੀ ਭਾਰੀ ਤਾਦਾਦ ਦੇ ਵਿੱਚ ਬਹੁਤ ਵੱਡਾ ਇਕੱਠ ਹੈ, ਜਿੱਥੇ ਪ੍ਰਮਾਤਮਾ ਦੀ ਸਾਧ ਸੰਗਤ ਹੋ ਰਹੀ ਹੈ। ਉਹ ਗੁਰੂ ਪ੍ਰਮਾਤਮਾ ਦੀ ਵਿਚਾਰ ਹੋ ਰਹੀ ਹੈ। ਉਸ ਵੱਡੀ ਭਾਰੀ ਇਕੱਠ ਦੇ ਵਿੱਚ ਉਸ ਨਾਰਦ ਮੁਨੀ ਨੂੰ ਉੱਚੀ ਜਗ੍ਹਾ ਤੇ ਬੈਠੇ ਨੂੰ ਦਰਸ਼ਨ ਹੋਏ। ਉਹ ਪ੍ਰਮਾਤਮਾ ਜੀ ਸਾਹਮਣੇ ਮੌਜੂਦ ਹੈ ਵੱਡੇ ਇਕੱਠ ਵਿੱਚ। ਕਹਿੰਦੇ ਨਾਰਦ ਮੁਨੀ ਜੀ ਗਏ, ਜਾ ਕੇ ਦਰਸ਼ਨ ਕੀਤੇ, ਬੇਨਤੀ ਕਰਨ ਲੱਗੇ, ਕਹਿਣ ਲੱਗੇ ਪ੍ਰਮਾਤਮਾ ਜੀ ਅਸੀਂ ਤੁਹਾਨੂੰ ਥਾਂ ਥਾਂ ਤੇ ਢੂੰਡਿਆ, ਕਿਤੋਂ ਨਹੀਂ ਮਿਲੇ। ਅਸੀਂ ਬ੍ਰਹਮਪੁਰੀ ਗਏ, ਪਤਾਲਪੁਰੀ ਗਏ, ਸ਼ਿਵਪੁਰੀ ਗਏ, ਬੜੇ ਥਾਂ ਤੇ ਢੂੰਡਿਆ, ਤੁਹਾਨੂੰ ਕਿਤੋਂ ਵੀ ਪ੍ਰਾਪਤ ਨਹੀਂ ਹੋਏ। ਆ ਤੁਸੀਂ ਵੱਡੇ ਇਕੱਠ ਦੇ ਵਿੱਚ ਬਿਰਾਜਮਾਨ ਹੋ, ਇਹਦਾ ਕਾਰਨ ਕੀ ਹੈ? ਪਰਮਾਤਮਾ ਜੀ ਹੱਸ ਕੇ ਨਾਰਦ ਮੁਨੀ ਨੂੰ ਕਹਿਣ ਲੱਗੇ, ਨਾਰਦ ਮੁਨੀ ਜੀ ਅੱਗੇ ਵਾਸਤੋਂ ਜੇਕਰ ਸਾਡੇ ਦਰਸ਼ਨਾਂ ਦੀ ਲੋਚ ਹੋਵੇ ਨਾ ਮਨ ਵਿੱਚ, ਇਹ ਕਿਤੋਂ ਢੂੰਡਣ ਦੀ ਲੋੜ ਨਹੀਂ ਹੈ, ਕਿਤੋਂ ਲੱਭਣ ਦੀ ਲੋੜ ਨਹੀਂ ਹੈ। ਵਿੱਚ ਸੰਗਤ ਦੇ ਆ ਕੇ ਬਿਰਾਜਮਾਨ ਹੋ ਜਾਇਆ ਕਰੋ, ਸੰਗਤ ਵਿੱਚੋਂ ਹੀ ਦਰਸ਼ਨ ਹੋ ਜਾਇਆ ਕਰਨਗੇ। ਸਤਿਗੁਰ ਨੇ ਕਿਰਪਾ ਰਹਿਮਤ ਕੀਤੀ, ਪਰਮਾਤਮਾ ਨੇ ਉਸ ਵਕਤ ਦੇ ਵਚਨ ਕਹੇ ਤੇ ਨਾਰਦ ਮੁਨੀ ਦੇ ਮਨ ਨੂੰ ਸ਼ਾਂਤ ਪ੍ਰਾਪਤ ਹੋਈ ਹੈ, ਹਿਰਦਾ ਠਰ ਗਿਆ। ਉਸ ਵਕਤ ਨਾਰਦ ਮੁਨੀ ਨੇ ਗੱਲ ਪੱਲੇ ਬੰਨ ਲਈ। ਕਹਿੰਦੇ ਜਦੋਂ ਦਰਸ਼ਨਾਂ ਦੀ ਤਾਂਘ ਮਨ ਵਿੱਚ ਹੁੰਦੀ ਸੀ ਨਾਰਦ ਮੁਨੀ ਦੇ, ਉਸ ਦਿਨ ਤੋਂ ਬਾਅਦ ਕਹਿੰਦੇ ਕਿਤੋਂ ਵੀ ਪਰਮਾਤਮਾ ਪ੍ਰਾਪਤ ਨਾ ਹੋਇਆ ਕਰਨ ਤੇ ਸੰਗਤ ਵਿੱਚ ਆ ਕੇ ਬਿਰਾਜਮਾਨ ਹੋ ਜਾਂਦੇ ਸਨ। ਤੇ ਸੰਗਤ ਵਿੱਚੋਂ ਹੀ ਨਾਰਦ ਮੁਨੀ ਨੂੰ ਪਰਮਾਤਮਾ ਦੇ ਦਰਸ਼ਨ ਪਏ ਹੋ ਜਾਂਦੇ ਸਨ। ਭਾਵ ਕਹਿਣ ਦਾ ਇਹ ਆ ਪਿਆਰਿਓ ਕਿ ਸੰਗਤ ਵਿੱਚ ਹੀ ਪਰਮਾਤਮਾ ਹਾਜ਼ਰ ਨਾਜ਼ਰ ਮੌਜੂਦ ਨੇ। ਬਸ ਹਿਰਦੇ ਦੀ ਅੱਖ ਦੇ ਨਾਲ ਦੇਖਣ ਦੀ ਲੋੜ ਹੈ। ਫਿਰ ਸਤਿਗੁਰ ਜੀ ਕਦੇ ਨਹੀਂ ਗਏ, ਹਾਜ਼ਰ ਨਾਜ਼ਰ ਮੌਜੂਦ ਨੇ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ। ਉਸ ਵੇਲੇ ਉਹ ਭਾਈ ਤਾਰਾ ਚੰਦ ਤੇ ਬਖਤ ਮਲ ਦੋਨੋਂ ਜਾਣੇ ਸਤਿਗੁਰ ਨੂੰ ਬੇਨਤੀਆਂ ਕਰਨ ਲੱਗੇ, ਸਤਿਗੁਰ ਜੀ ਇਦਾਂ ਕਰਕੇ ਅਸੀਂ ਰਾਸਤੇ ਵਿੱਚ ਜਦੋਂ ਆਏ ਤੇ ਰਾਸਤੇ ਵਿੱਚ ਲੋਕਾਂ ਨੇ ਸਾਡੀ ਬੜੀ ਸੇਵਾ ਕੀਤੀ। ਕਿਉਂਕਿ ਉਹ ਆਪ ਜੀ ਨੂੰ ਇਹ ਵਿਚਾਰ ਰੱਖ ਕੇ ਮੁੱਖ ਰੱਖ ਕੇ ਸਾਡੀ ਸੇਵਾ ਕਰਦੇ ਸਨ ਕਿ ਗੁਰੂ ਦੀ ਸੰਗਤ ਹੈ ਤੇ ਗੁਰੂ ਦੀ ਸੰਗਤ ਔਰ ਸਤਿਗੁਰੂ ਜੀ ਦੋਨੋਂ ਇੱਕੋ ਸਮਾਨ ਹੈ, ਇੱਕੋ ਬਰਾਬਰ ਸਤਿਕਾਰਯੋਗ ਰਿਸਪੈਕਟਯੋਗ ਨੇ। ਉਸ ਵੇਲੇ ਸਤਿਗੁਰੂ ਜੀ ਨੂੰ ਉਹਨਾਂ ਨੇ ਦੱਸਿਆ, ਕਹਿੰਦੇ ਸੀ ਜਦੋਂ ਲਾਹੌਰ ਵਿਖੇ ਆਏ, ਲਾਹੌਰ ਵਿਖੇ ਸ਼ਾਹਜਹਾਨ ਬਿਰਾਜਮਾਨ ਹੈ। ਤੇ ਸਤਿਗੁਰੂ ਜੀ ਕਹਿੰਦੇ ਹੁਣ ਲਾਹੌਰ ਦੀ ਗੱਲ ਦੱਸੋ। ਉਹ ਦੱਸਣ ਲੱਗੇ, ਕਹਿੰਦੇ ਸਤਿਗੁਰੂ ਜੀ ਜਦੋਂ ਅਸੀਂ ਲਾਹੌਰ ਵਿਖੇ ਪਹੁੰਚੇ, ਉੱਥੇ ਪੜਾਓ ਕੀਤਾ, ਉੱਥੋਂ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਸ਼ਾਹਜਹਾਨ ਕਾਫੀ ਸਮੇਂ ਤੋਂ ਅੰਦਰ ਆਪਣੇ ਮਹਿਲਾਂ ਦੇ ਵਿੱਚ ਬੰਦ ਸੀ। ਪਰ ਜਦੋਂ ਅਸੀਂ ਉੱਥੇ ਪਹੁੰਚੇ, ਉਹ ਲੋਕਾਂ ਨੇ ਦੱਸਿਆ, ਕਹਿੰਦੇ ਹੁਣ ਈਦ ਦਾ ਸਮਾਂ ਨੇੜੇ ਆਇਆ
ਈਦ ਵਾਲੇ ਸਮੇਂ ਨੂੰ ਸ਼ਾਹਜਹਾਨ ਕਹਿੰਦੇ ਆਪਣੇ ਮਹਿਲਾਂ ਚੋਂ ਗੁਪਤ ਅਸਥਾਨਾਂ ਚੋਂ ਬਾਹਰ ਨਿਕਲੇਗਾ। ਜੋੜੇ ਦੇ ਆਪਣੇ ਗੁਪਤ ਗੁਰ ਰੱਖਣ ਵਾਲੇ ਅਸਥਾਨ ਰੱਖੇ ਸਨ, ਕਹਿੰਦੇ ਉਹਦੇ ਵਿੱਚੋਂ ਬਾਹਰ ਨਿਕਲੇਗਾ, ਮਹਿਲਾਂ ਵਿੱਚੋਂ। ਤੇ ਲੋਕਾਂ ਨੇ ਇਦਾਂ ਦੱਸਿਆ, ਕਹਿੰਦੇ ਬਹੁਤ ਭਾਰੀ ਇਕੱਠ ਦੇ ਵਿੱਚ ਲੋਕ ਸ਼ਾਹਜਹਾਨ ਨੂੰ ਦੇਖਣ ਵਾਸਤੇ ਆਏ ਸਨ, ਪਹੁੰਚੇ ਸਨ। ਉਹ ਸ਼ਾਹਜਹਾਨ ਨੇ ਆਪਣੇ ਮਹਿਲਾਂ ਵਿੱਚੋਂ ਨਿਕਲ ਕੇ ਲੋਕਾਂ ਨੂੰ ਮਿਲਣਾ ਸੀ ਈਦ ਦੇ ਸਮੇਂ। ਤੇ ਗੁਰੂ ਪਿਆਰਿਓ ਉਸ ਵੇਲੇ ਉਹ ਦੋਨੋਂ ਮਸੰਦ ਸਤਿਗੁਰੂ ਜੀ ਨੂੰ ਦੱਸਦੇ, ਕਹਿੰਦੇ ਜਦੋਂ ਅਸੀਂ ਗਏ ਉੱਥੇ ਬਹੁਤ ਵੱਡਾ ਇਕੱਠ ਸੀ। ਸਤਿਗੁਰੂ ਜੀ ਕਹਿੰਦੇ ਇਹ ਦੱਸੋ ਉਹਦੇ ਕੋਲੇ ਫੌਜ ਕਿੰਨੀ ਸੀ? ਉਸ ਵੇਲੇ ਦੱਸਦੇ ਸਤਿਗੁਰੂ ਦੇ ਦੋਨੋਂ ਸਿੱਖ ਕਹਿਣ ਲੱਗੇ ਜੀ ਫੌਜ ਕਾਫੀ ਲੰਬੀ ਸੀ, ਬਹੁਤ ਵੱਡੀ ਗਿਣਤੀ ਵਿੱਚ ਸੀ। ਤੇ ਜੇ ਇਸ ਵੇਲੇ ਅਸੀਂ ਸੁਣਿਆ ਲੋਕਾਂ ਤੋਂ, ਕਹਿੰਦੇ ਅਸੀਂ ਵੀ ਉੱਥੇ ਖਲੋ ਗਏ, ਅਸੀਂ ਵੀ ਦੇਖਣ ਲੱਗ ਗਏ ਕਿ ਅਸੀਂ ਵੀ ਸ਼ਾਹਜਹਾਨ ਨੂੰ ਦੇਖਾਂਗੇ, ਕਿਉਂਕਿ ਸਮੇਂ ਦੀ ਸਰਕਾਰ ਦੀ ਪਦਵੀ ਹੈ ਉਹਦੇ ਕੋਲੇ, ਸਮੇਂ ਦੀ ਸਰਕਾਰ ਦੇ ਮੌਜੂਦਾ ਕਰਤਾ ਧਰਤਾ ਨੇ ਉਹ। ਤੇ ਐਡੇ ਵੱਡੇ ਮਨੁੱਖ, ਐਡੀ ਵੱਡੀ ਪਦਵੀ ਉਹਨਾਂ ਨੂੰ ਪ੍ਰਾਪਤ ਹੋਣਾ ਕੀਤੀ ਹੈ। ਤੇ ਕਿਉਂ ਨਾ ਅਸੀਂ ਵੀ ਵੇਖ ਕੇ ਜਾਈਏ, ਸ਼ਾਹਜਹਾਨ ਨੂੰ ਕਦੇ ਦੇਖਿਆ ਨਹੀਂ। ਕਹਿੰਦੇ ਅਸੀਂ ਵੀ ਉੱਥੇ ਖਲੋ ਗਏ, ਅਸੀਂ ਵੀ ਇਹ ਵਿਚਾਰ ਮੁੱਖ ਰੱਖ ਕੇ ਉੱਥੇ ਠਹਿਰ ਗਏ। ਤੇ ਸੰਗਤ ਵੀ ਸਾਡੇ ਨਾਲ ਇਹ ਵੀ ਉੱਥੇ ਠਹਿਰ ਗਈ। ਉਹ ਕਹਿਣ ਲੱਗੇ ਸਤਿਗੁਰੂ ਜੀ ਜਦੋਂ ਸਾਨੂੰ ਪਤਾ ਲੱਗਿਆ ਸ਼ਾਹਜਹਾਨ ਮਹਿਲਾਂ ਵਿੱਚੋਂ ਬਾਹਰ ਨਿਕਲੇਗਾ, ਅਸੀਂ ਰੁਕ ਗਏ। ਕਹਿੰਦੇ ਸ਼ਾਹਜਹਾਨ ਦੇ ਨਿਕਲਣ ਦਾ ਮਹਿਲਾਂ ਵਿੱਚੋਂ ਸਮਾਂ ਹੋਇਆ। ਕੀ ਹੋਇਆ? ਕਹਿੰਦੇ ਉੱਥੇ ਬਹੁਤ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਤੇ ਵੱਡੇ ਪੱਧਰ ਦੇ ਉੱਤੇ ਸਤਿਕਾਰ ਕੀਤਾ ਗਿਆ, ਸਜਾਵਟ ਕੀਤੀ ਕਿ ਪੂਰਨ ਤੌਰ ਤੇ ਡੈਕੋਰੇਟ ਕੀਤੀ ਗਈ। ਉਸ ਵੇਲੇ ਦੱਸਣ ਲੱਗੇ, ਕਹਿੰਦੇ ਉੱਥੇ ਵੱਡੇ ਵੱਡੇ ਹਾਥੀਆਂ ਦੇ ਉੱਤੇ ਬਹੁਤ ਬੇਸ਼ੁਮਾਰ ਸੁੰਦਰ ਕੀਮਤੀ ਝੁੱਲ ਪਾਏ ਹੋਏ ਸਨ, ਸਜਾਏ ਹੋਏ ਸਨ ਹਾਥੀ। ਐਡੇ ਵੱਡੇ ਸਤਿਕਾਰ ਵਿੱਚ ਸ਼ਾਹਜਹਾਨ ਨੂੰ ਬਾਹਰ ਨਿਕਲਣ ਦੇ ਵਿੱਚ ਸਤਿਕਾਰ ਕੀਤਾ। ਤੇ ਉੱਥੇ ਕਹਿੰਦੇ 2 ਘੋੜੇ ਸਨ ਸ਼ਾਹਜਹਾਨ ਦੇ। ਸ਼ਾਹਜਹਾਨ ਜਿਨ੍ਹਾਂ ਨੂੰ ਦੇਖ ਦੇਖ ਕੇ ਜਿਉਂਦਾ ਸੀ, ਕਿਉਂਕਿ ਸ਼ਾਹਜਹਾਨ ਨੂੰ ਵੀ ਘੋੜਿਆਂ ਦੇ ਨਾਲ, ਸ਼ਸਤਰਾਂ ਵਸਤਰਾਂ ਦੇ ਨਾਲ ਬਹੁਤ ਪਿਆਰ ਹੈ। ਉਹ ਵੀ ਬਹੁਤ ਪਿਆਰ ਕਰਦੇ। ਇਧਰੋਂ ਸਤਿਗੁਰੂ ਜੀ ਵੀ ਘੋੜਿਆਂ ਦੇ ਨਾਲ, ਸ਼ਸਤਰ ਵਸਤਰ, ਜੰਗਾਂ ਯੁੱਧਾਂ ਦੇ ਵਿੱਚ ਜੋ ਕਾਰਜ ਆਉਣ ਵਾਲੇ ਨੇ ਸ਼ਸਤਰ, ਉਹਨਾਂ ਦੇ ਨਾਲ ਗੁਰੂ ਸਤਿਗੁਰੂ ਜੀ ਵੀ ਬਹੁਤ ਪਿਆਰ ਕਰਦੇ ਆ। ਤੇ ਗੁਰੂ ਪਿਆਰਿਓ ਉਸ ਵੇਲੇ ਦੱਸਣ ਲੱਗੇ ਸਤਿਗੁਰ ਦੇ ਮਸੰਦ, ਕਹਿੰਦੇ ਜਦੋਂ ਅਸੀਂ ਪਹੁੰਚੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ। ਆਓ ਭਗਤ ਜੀ ਆਇਆ ਕਹਿਣ ਨੂੰ ਸ਼ਾਹਜਹਾਨ ਦੇ। ਤੇ ਕਹਿੰਦੇ ਉਹਨਾਂ ਦੇ ਬਹੁਤ ਬੇਸ਼ੁਮਾਰ ਕੀਮਤੀ 2 ਘੋੜੇ ਸਨ, ਜਿਨ੍ਹਾਂ ਦਾ ਨਾਮ ਕਵੀ ਸੰਤੋਖ ਸਿੰਘ ਜੀ ਦੱਸਦੇ, ਕਹਿੰਦੇ ਦਿਲਬਾਗ ਔਰ ਗੁਲਬਾਗ, ਉਹਨਾਂ ਦੋਨਾਂ ਘੋੜਿਆਂ ਦਾ ਨਾਮ ਹੈ। ਉਹ ਬਹੁਤ ਚੰਚਲ ਨੇ, ਬਹੁਤ ਫੁਰਤੀਲੇ ਨੇ। ਇਉਂ ਕਹਿ ਲਈਏ ਕਿ ਜਦੋਂ ਕੋਈ ਮਨੁੱਖ ਉਹਨਾਂ ਘੋੜੇ ਦੇ ਉੱਤੇ ਸਵਾਰੀ ਪੈ ਕਰਦਾ ਨਾ, ਤੇ ਮਨੁੱਖ ਨੂੰ ਮਹਿਸੂਸ ਨਹੀਂ ਹੁੰਦਾ ਕਿ ਘੋੜਾ ਤੁਰ ਰਿਹਾ, ਅਨੁਭਵ ਨਹੀਂ ਹੁੰਦਾ। ਉਹ ਇੰਨੇ ਮਸਤ ਚਾਲ ਦੇ ਵਿੱਚ ਤੁਰਦੇ ਨੇ, ਠਮਕ ਠਮਕ ਤੁਰਦੇ ਨੇ। ਤੇ ਉਹਨਾਂ ਘੋੜਿਆਂ ਦੀ ਜਿੰਨੀ ਉਸਤਤ ਕੀਤੀ ਜਾਵੇ ਉਨੀ ਘੱਟ ਹੈ। ਉਹਨਾਂ ਦੇ ਉੱਤੇ ਸੋਨੇ ਦੀਆਂ ਕਾਠੀਆਂ ਪਾਈਆਂ ਗਈਆਂ। ਤੇ ਸ਼ਾਹਜਹਾਨ ਜਿਸ ਵੇਲੇ ਮਹਿਲਾਂ ਵਿੱਚੋਂ ਨਿਕਲਿਆ, ਉਹ ਘੋੜੇ ਸ਼ਾਹਜਹਾਨ ਦੇ ਅੱਗੇ ਅੱਗੇ ਬੜੀ ਮਸਤ ਵਿੱਚ ਚਾਲ ਚੱਲਦੇ ਨੇ, ਤੁਰੇ ਆਉਂਦੇ ਨੇ। ਜਿੰਨਾ ਗੌਰ ਦੇ ਨਾਲ ਸ਼ਾਹਜਹਾਨ ਨੂੰ ਦੇਖਦੇ ਲੋਕ, ਕਹਿੰਦੇ ਉਨਾ ਹੀ ਘੋੜਿਆਂ ਵੱਲ ਦੇਖਦੇ ਆ। ਬੜੇ ਕੀਮਤੀ, ਬੜੇ ਸੁਲਝੇ, ਬੜੇ ਸੁਚੱਜੇ ਢੰਗ ਦੇ ਨਾਲ ਵਿਚਰ ਰਹੇ ਨੇ ਘੋੜੇ। ਕਹਿੰਦੇ ਅਸੀਂ ਲੋਕਾਂ ਤੋਂ ਸੁਣਿਆ ਬਹੁਤ ਵੱਡੀ ਕੀਮਤੀ ਭੇਟਾ ਦੇ ਨੇ, ਬਹੁਤ ਵੱਡੇ ਕੀਮਤ ਦੇ ਅਦਾ ਕੀਤੇ ਹੋਏ ਘੋੜੇ ਆ ਇਹ। ਉਹਨਾਂ ਘੋੜਿਆਂ ਦੇ ਵਿੱਚ ਬਹੁਤ ਵੱਡੀ
ਇਹ ਖਾਸੀਅਤ ਹੈ। ਕਹਿੰਦੇ ਵੱਡੇ ਵੱਡੇ ਪਹਾੜਾਂ ਨੂੰ ਵੀ ਛਾਲ ਮਾਰ ਕੇ ਚੜ ਜਾਂਦੇ ਨੇ ਤੇ ਉਤਰ ਜਾਂਦੇ ਨੇ, ਨਦੀਆਂ ਨੂੰ ਚੀਰ ਕੇ ਪਾਣੀ ਵਿੱਚ ਦੀ ਲੰਘ ਜਾਂਦੇ ਨੇ, ਤੇ ਅਸਵਾਰ ਹੋਏ ਮਨੁੱਖ ਨੂੰ ਕਦਾਚਿਤ ਵੀ ਇਹ ਮਹਿਸੂਸ ਨਹੀਂ ਹੋਣ ਦਿੰਦੇ। ਇਦਾਂ ਦੇ ਘੋੜੇ ਨੇ, ਚੰਚਲ ਨੇ, ਫੁਰਤੀਲੇ ਨੇ, ਹਵਾ ਦੇ ਨਾਲ ਦੌੜਦੇ ਹੋਏ ਗੱਲਾਂ ਪਏ ਕਰਦੇ ਨੇ। ਤੇ ਸਤਿਗੁਰੂ ਜੀ ਨੂੰ ਜਦੋਂ ਇਦਾਂ ਦੀ ਗੱਲ ਵਿਚਾਰ ਦੱਸੀ, ਉਹ ਕਹਿੰਦੇ ਅਸੀਂ ਤੇ ਲੋਕਾਂ ਤੋਂ ਵੀ ਸੁਣਿਆ ਕਿ ਲੋਕ ਇਹ ਕਹਿੰਦੇ ਸਨ ਉੱਥੋਂ ਦੇ ਕਿ ਇਹ ਇੰਨੇ ਬੇਸ਼ੁਮਾਰ ਕੀਮਤੀ ਘੋੜੇ ਆ ਨਾ ਜਿਹੜੇ ਇਹ ਸ਼ਾਹਜਹਾਨ ਕੋਲ ਨਹੀਂ, ਇਹ ਤੇ ਸਤਿਗੁਰ ਕੋਲ ਹੋਣੇ ਚਾਹੀਦੇ ਨੇ। ਸਤਿਗੁਰੂ ਜੀ ਇਹਦੇ ਅਸਵਾਰ ਹੁੰਦੇ, ਜੰਗ ਜੁੱਧਾਂ ਦੇ ਵਿੱਚ ਵਿਚਰਦੇ, ਸ਼ਿਕਾਰ ਖੇਡਣ ਜਾਂਦੇ ਤੇ ਆਨੰਦ ਵੱਖਰਾ ਬਣਦਾ। ਇਦਾਂ ਲੋਕ ਗੱਲਾਂ ਕਰਦੇ ਤੇ ਸਤਿਗੁਰੂ ਜੀ ਦੇ ਮਸੰਦਾਂ ਨੇ ਜਦੋਂ ਇਦਾਂ ਗੱਲਾਂ ਕੀਤੀਆਂ, ਹੁਣ ਸਤਿਗੁਰੂ ਜੀ ਦਾ ਜਿਹੜਾ ਮਨ ਹੈ ਉਹ ਘੋੜਿਆਂ ਨੂੰ ਦੇਖਣ ਵਾਸਤੇ ਹਿਰਦੇ ਦੇ ਵਿੱਚ ਚਾਹਤ ਰੱਖਣ ਲੱਗਿਆ। ਹੁਣ ਇਹ ਗੱਲ ਵਿਚਾਰ ਆਟੋਮੈਟਿਕਲੀ ਹੈ ਪਿਆਰਿਓ, ਕੋਈ ਵੀ ਵਿਚਾਰ ਆਪਾਂ ਕਿਸੇ ਮਨੁੱਖ ਦੇ ਕੋਲ ਪੇਸ਼ ਕਰੀਏ ਕਿ ਫਲਾਣੀ ਵਿਚਾਰ ਇਦਾਂ, ਜਾਂ ਮੰਨ ਲਓ ਬਾਹਰਲੀ ਕੰਟਰੀ ਦੀ ਵਿਚਾਰ ਕਿਸੇ ਕੋਲ ਕਰੀਏ, ਉਹ ਮਨੁੱਖ ਨੇ ਉਹ ਕੰਟਰੀ ਭਾਵੇਂ ਵੇਖੀ ਵੀ ਨਹੀਂ, ਤੇ ਜਦੋਂ ਆਪਾਂ ਉਹਦੇ ਕੋਲੇ ਉਸਤਤ ਕਰੀਏ, ਸੋਭਾ ਕਰੀਏ, ਉਹਦੇ ਮਨ ਵਿੱਚ ਆਟੋਮੈਟਿਕਲੀ ਉਹ ਕੰਟਰੀ, ਉਹ ਰੂਲ, ਉਹ ਮਰਿਆਦਾ, ਉਹ ਕਾਨੂੰਨ ਦੇਖਣ ਦੀ ਵਿਚਾਰ ਖਿੱਚ ਪੈਦਾ ਹੋ ਜਾਂਦੀ ਕਿ ਵਾਕਈ ਉੱਥੇ ਗੱਲ ਵਰਤਦੀ ਹੈ। ਤੇ ਜਦੋਂ ਇਦਾਂ ਦੀ ਵਿਚਾਰ ਕੀਤੀ ਜਾਂਦੀ, ਹਿਰਦੇ ਵਿੱਚ ਆਟੋਮੈਟਿਕਲੀ ਖਿੱਚ ਪੈਦਾ ਹੋ ਜਾਂਦੀ। ਇਸ ਤਰ੍ਹਾਂ ਜਦੋਂ ਉਹਨਾਂ ਮਸੰਦਾਂ ਨੇ ਸਤਿਗੁਰ ਦੇ ਸਨਮੁਖੇ ਦਿਲਵਾਗ ਤੇ ਗੁਲਬਾਗ ਘੋੜੇ ਦੀ ਵਿਚਾਰ ਕੀਤੀ ਤੇ ਸਤਿਗੁਰ ਦੇ ਮਨ ਦੇ ਵਿੱਚ, ਹੁਣ ਸਤਿਗੁਰ ਜੀ ਘੋੜਿਆਂ ਨੂੰ ਪਿਆਰ ਕਰਦੇ ਆ, ਸ਼ਾਸਤਰ ਵਸਤਰਾਂ ਨੂੰ ਪਿਆਰ ਪੇ ਕਰਦੇ ਆ। ਸਤਿਗੁਰ ਦੇ ਮਨ ਵਿੱਚ ਆਟੋਮੈਟਿਕਲੀ ਖਿੱਚ ਪੈਦਾ ਹੋ ਗਈ ਕਿ ਅਸੀਂ ਵੀ ਉਹ ਘੋੜਿਆਂ ਨੂੰ ਦੇਖੀਏ, ਅਸੀਂ ਵੀ ਵੇਖਣਾ ਕਰੀਏ ਕਿ ਵਾਕਈ ਉਹ ਘੋੜੇ ਇੰਨੀ ਉਸਤਤ ਦੇ ਲਾਇਕ ਨੇ। ਉਹਨਾਂ ਘੋੜਿਆਂ ਦੀ ਜਿੰਨੀ ਉਸਤਤ ਹੋ ਰਹੀ ਹੈ, ਉਹ ਐਡੀ ਵਡਿਆਈ ਤੇ ਐਡੀ ਸੋਭਾ ਦੇ ਪਾਤਰ ਨੇ, ਵਾਕਈ ਗੱਲ ਹੈ। ਏਦਾਂ ਸਤਿਗੁਰੂ ਜੀ ਵਿਚਾਰ ਕਰਨ ਲੱਗੇ। ਉਸ ਵੇਲੇ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਹੈ। ਸੰਗਤਾਂ ਸਤਿਗੁਰ ਦੇ ਸਨਮੁਖ ਏਦਾਂ ਬਿਰਾਜਮਾਨ ਹੋਈਆਂ ਨੇ। ਭਾਈ ਤਾਰਾ ਚੰਦ ਤੇ ਬਖਤ ਮੱਲ ਦੋਨੋਂ ਮਸੰਦ ਸਤਿਗੁਰ ਦੇ ਅਨੰਨ ਪਿਆਰੇ, ਏਦਾਂ ਜਿਹੜੀ ਵਾਰਤਾ ਹੈ ਨਾ ਰਸਤੇ ਦੀ ਸਤਿਗੁਰ ਜੀ ਨੂੰ ਦੱਸੀ ਉਹਨਾਂ ਨੇ, ਤੇ ਸਤਿਗੁਰੂ ਜੀ ਸੁਣ ਕੇ ਹੈਰਾਨ ਰਹਿ ਗਏ। ਦਿਲਬਾਗ ਤੇ ਗੁਲਬਾਗ ਘੋੜਿਆਂ ਦੀ ਉਸਤਤ ਮਹਿਮਾ ਸੁਣ ਕੇ ਹੈਰਾਨ ਹੋ ਗਏ। ਉਸ ਵੇਲੇ ਸਤਿਗੁਰੂ ਜੀ ਨੇ ਵਿਚਾਰ ਕੀਤੀ ਮਨ ਹੀ ਮਨ, ਕਹਿੰਦੇ ਬਾਕੀ ਇਦਾਂ ਦੇ ਬੇਸ਼ੁਮਾਰ ਕੀਮਤੀ ਘੋੜੇ ਪਏ ਨੇ, ਉਹ ਪ੍ਰਮਾਤਮਾ ਦੀ ਬਖਸ਼ਿਸ਼ ਰਹਿਮਤ ਹੈ, ਅਕਾਲ ਪੁਰਖ ਵਾਹਿਗੁਰੂ ਦੇ ਰੰਗ ਨੇ। ਉਹ ਸਤਿਗੁਰੂ ਪ੍ਰਮਾਤਮਾ ਦੀ ਵਡਿਆਈ ਹੈ, ਉਸਤਤ ਹੈ, ਕਹਿੰਦੇ ਕੁਝ ਵੀ ਕਰ ਸਕਦੇ ਨੇ। ਤੇ ਸੰਗਤ ਉੱਥੇ ਬੈਠੀਏ ਵਿਚਾਰ ਵੀ ਕਰਦੀ ਕਿ ਵਾਕਈ ਇਦਾਂ ਦੇ ਘੋੜੇ ਤੇ ਸਤਿਗੁਰੂ ਜੀ ਦੇ ਕੋਲ ਹੋਣੇ ਚਾਹੀਦੇ ਆ। ਕਹਿੰਦੇ ਸ਼ਾਹਜਹਾਨ ਨੂੰ ਇੰਨੀ ਕਿੰਨੀ ਕੁ ਮੱਤ ਹੈ, ਉਹਦੇ ਸੰਸਾਰੀ ਮਨੁੱਖ ਹੈ, ਉਹਨੂੰ ਇੰਨੀ ਮੱਤ ਨਹੀਂ ਹੈ, ਉਹ ਏਡੇ ਕਾਬਲ ਨਹੀਂ ਹੈ ਕਿ ਉਹ ਘੋੜਿਆਂ ਦੀ ਪ੍ਰਾਪਤੀ ਕਰੇ। ਸਤਿਗੁਰ ਦੇ ਸਨਮੁਖੇ ਘੋੜੇ ਹੁੰਦੇ, ਗੁਰੂ ਸਤਿਗੁਰ ਜੀ ਸ਼ਿਕਾਰ ਖੇਡਣ ਜਾਂਦੇ, ਜੰਗ ਜੁੱਧ ਦਾ ਅਭਿਆਸ ਕਰਦੇ, ਤੇ ਸੰਗਤ ਸਤਿਗੁਰੂ ਜੀ ਨੂੰ ਘੋੜਿਆਂ ਦੇ ਉੱਤੇ ਸਵਾਰ ਹੋਇਆਂ ਦੇਖਦੀ ਤੇ ਆਨੰਦ ਵੱਖਰਾ ਹੀ ਵੱਧ ਜਾਣਾ ਸੀ। ਇਹ ਵਿਚਾਰ ਕਰਨ ਲੱਗੇ ਨੇ। ਸਤਿਗੁਰੂ ਦੀ ਕਿਰਪਾ ਰਹਿਮਤ ਵਰਤਣ ਲੱਗੀ ਹੈ। ਤੇ ਹੁਣ ਸਤਿਗੁਰੂ ਜੀ ਦੇ ਸਨਮੁਖ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਕਰ ਰਹੇ ਸੰਗਤਾਂ ਦੇ ਉੱਤੇ, ਦੀਵਾਨ ਸਜਾ ਕਰਕੇ ਬੈਠੇ ਨੇ। ਇਹ ਹੁਣ ਵਿਚਾਰ ਪ੍ਰਾਪਤ ਹੋਣ ਲੱਗੀ, ਉਹ ਘੋੜੇ ਦਿਲਬਾਗ ਤੇ ਗੁਲਬਾਗ ਕਿੰਨੇ ਸੋਹਣੇ ਨੇ। ਸਤਿਗੁਰੂ ਦੀ ਬਖਸ਼ਿਸ਼ ਵਰਤੀ ਹੈ। ਤਾਦੇ ਆਓ ਪਿਆਰੀ ਸੰਗਤ ਜੀਓ,
ਕਥਾ ਵਿਚਾਰ ਦਾ ਜੋ ਸਮਾਂ ਸਮਾਪਤ ਹੋ ਚੁੱਕਿਆ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰੂ ਜੀ ਸਿੱਖਾਂ ਦੇ ਉੱਤੇ ਕੀ ਬਖਸ਼ਿਸ਼ ਰਹਿਮਤ ਵਰਤਾਉਂਦੇ ਆ, ਕਿਵੇਂ ਕਰਕੇ ਅਗਲੀ ਵਿਚਾਰ ਬਖਸ਼ਦੇ ਨੇ। ਭਾਈ ਰੂਪੇ ਨਗਰ ਦੇ ਵਿੱਚ ਸਤਿਗੁਰੂ ਜੀ ਬਿਰਾਜਮਾਨ ਨੇ, ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਆ, ਕਿਵੇਂ ਕਰਕੇ ਸਤਿਗੁਰ ਦੇ ਸਿੱਖ ਸੰਗਤ ਸਤਿਗੁਰ ਦੇ ਸਨਮੁਖ ਪਹੁੰਚ ਕੇ ਬਖਸ਼ਿਸ਼ ਰਹਿਮਤ ਪ੍ਰਾਪਤ ਕਰਦੇ ਆ। ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰਿਓ, ਆਪ ਸੰਗਤ ਵੱਧ ਤੋਂ ਵੱਧ ਗੁਰੂ ਚਰਨਾਂ ਵਿੱਚ ਪਹੁੰਚਿਆ ਕਰੋ, ਕਿਉਂਕਿ ਸਾਡੇ ਬਹੁਤ ਵੱਡੇ ਉੱਤਮ ਭਾਗ ਨੇ। ਅੱਜ ਜਿੰਨਾ ਸਦਕਾ ਇਹ ਲੜੀਵਾਰ ਸਤਿਗੁਰ ਦੀ ਵਿਚਾਰ ਕਥਾ ਰੋਜ਼ਾਨਾ ਕੰਟੀਨਿਊ ਸਰਵਣ ਕਰਨੇ ਆ। ਹੁਣ ਪਹਿਲੇ ਪਾਤਸ਼ਾਹ ਤੋਂ ਲੈ ਕੇ ਆ 6ਵੇਂ ਪਾਤਸ਼ਾਹ ਤੱਕ ਆਪਾਂ ਕਥਾ ਵਿਚਾਰ ਸਰਵਣ ਕਰ ਚੁੱਕੇ ਆ। ਤੇ ਅੱਗੇ 10ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹ ਲੜੀਵਾਰ ਜਿਵੇਂ ਜਿਵੇਂ ਸਤਿਗੁਰ ਦੀ ਸੇਵਾ ਪ੍ਰਾਪਤ ਕਰਨਗੇ, ਜਿਵੇਂ ਬਖਸ਼ਣਗੇ, ਉਵੇਂ ਉਵੇਂ ਕਹਿੰਦੇ ਵਿਚਾਰ ਕਰਦੇ ਜਾਵਾਂਗੇ। ਸਤਿਗੁਰ ਜੀ ਦੀ ਕਿਰਪਾ ਰਹਿਮਤ ਵਰਦੀ ਤੇ ਸਤਿਗੁਰ ਦੇ ਹੁਕਮ ਦੇ ਨਾਲ ਹੀ ਵਿਚਾਰ ਕਰਦੇ ਜਾਵਾਂਗੇ। ਲੜੀਵਾਰ ਜਿਵੇਂ ਕਿਵੇਂ ਸਤਿਗੁਰ ਨੇ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ, ਇਹ ਸਾਰੀ ਵਿਚਾਰ ਕਰਾਂਗੇ। ਆਪ ਸੰਗਤ ਗੁਰੂ ਪਿਆਰਿਓ, ਗੁਰੂ ਦਰਬਾਰ ਵਿਖੇ ਪਹੁੰਚਿਆ ਕਰੋ ਵੱਧ ਤੋਂ ਵੱਧ, ਕਿਉਂਕਿ ਸਤਿਗੁਰ ਦੇ ਸਨਮੁਖ ਪਹੁੰਚਣ ਦਾ ਜਿਹੜਾ ਆਨੰਦ ਹੈ, ਗੁਰੂ ਚਰਨਾਂ ਵਿੱਚ ਵਿਚਾਰ ਕਰਨ ਦਾ ਜਿਹੜਾ ਆਨੰਦ ਹੈ ਵੱਖਰਾ, ਇਹਦਾ ਫਲ ਵੀ ਵਧੇਰੇ ਕਰਕੇ ਆ। ਉਹ ਕਿਵੇਂ ਆ? ਸਤਿਗੁਰੂ ਜੀ ਕਹਿੰਦੇ ਜਿਸ ਵੇਲੇ ਆਪਾਂ ਘਰ ਤੋਂ ਚੱਲਨੇ ਆ, ਸਤਿਗੁਰ ਦੇ ਸਨਮੁਖ ਸੰਗਤ ਵਿੱਚ ਪਹੁੰਚਦੇ ਆ, ਸਭ ਤੋਂ ਪਹਿਲੇ ਤੇ ਸਾਡੇ ਪੈਰ ਸਫਲੇ ਆ ਜਿਨ੍ਹਾਂ ਨਾਲ ਚੱਲ ਕੇ ਸੰਗਤ ਵਿੱਚ ਆਉਨੇ ਆ। ਦੂਜੇ ਨੰਬਰ ਤੇ ਸਤਿਗੁਰ ਦੇ ਸਨਮੁਖ ਆ ਕੇ ਦਰਸ਼ਨ ਕਰਨੇ ਆ, ਇਹ ਫਿਰ ਕਹਿੰਦੇ ਅੱਖਾਂ ਸਫਲੀਆਂ ਨੇ। ਤੀਜੇ ਨੰਬਰ ਤੇ ਗੁਰੂ ਦੀ ਵਿਚਾਰ ਬਹਿ ਕੇ ਸਰਵਣ ਕਰਨੇ, ਕੰਨ ਸਫਲੇ ਨੇ। ਚੌਥੇ ਨੰਬਰ ਤੇ ਸਤਿਗੁਰ ਦੇ ਸਿਮਰਨ ਨੂੰ ਵਾਹਿਗੁਰੂ 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 ਕਰਕੇ ਸਿਮਰਦੇ ਆ, ਜੀਭਾ ਸਫਲੀ ਹੈ। ਸਤਿਗੁਰੂ ਜੀ ਕਹਿੰਦੇ ਆ ਕੇ ਗੁਰੂ ਦਰਬਾਰ ਤੇ ਹੱਥਾਂ ਨਾਲ ਸੇਵਾ ਕਰਦੇ, ਹੱਥ ਸਫਲੇ ਨੇ। ਇੱਥੋਂ ਤੱਕ ਸਤਿਗੁਰ ਦੀ ਕਿਰਪਾ ਕਰ ਦਿੰਦੇ। ਕਾਂਟੀ ਨੂੰ ਨਿਤਨੇਮ ਅਨੁਸਾਰ ਜੇਕਰ ਇਦਾਂ ਵਿਚਾਰ ਕਰਦੇ ਰਹੀਏ ਤੇ ਆ ਸਾਰਾ ਸਰੀਰ ਹੀ ਸਤਿਗੁਰ ਜੀ ਸਫਲਾ ਪਏ ਕਰ ਦਿੰਦੇ ਨੇ। ਸੰਗਤ ਵਿੱਚ ਆਉਣ ਦਾ ਇਹ ਭਾਵ ਹੈ, ਲਾਭ ਹੈ। ਸਤਿਗੁਰੂ ਜੀ ਕਿਰਪਾ ਕਰ ਦਿੰਦੇ, ਬਖਸ਼ਿਸ਼ ਕਰ ਦਿੰਦੇ। ਗੁਰੂ ਦਰਬਾਰ ਵਿਖੇ ਪਹੁੰਚ ਕੇ ਸੰਗਤ ਕਰੀਏ, ਸਤਿਗੁਰ ਦੀ ਸੇਵਾ ਦੇ ਵਿੱਚ ਜੁੜੀਏ, ਕਥਾ ਵਿਚਾਰਾ ਸਰਵਣ ਕਰੀਏ, ਆਨੰਦ ਮਾਣੀਏ, ਤੇ ਦਾ ਲਾਭ ਜਿਹੜਾ ਵੱਖਰਾ ਹੀ ਹੈ। ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ। ਭਾਵੇਂ ਆਪਾਂ ਘਰਾਂ ਦੇ ਵਿੱਚ ਸੁਣਨੇ ਆ, ਟੀਵੀ ਚੈਨਲਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਗੁਰੂ ਸਤਿਗੁਰ ਦੀ ਬਾਣੀ ਸਰਵਣ ਕਰਨੇ ਆ, ਪਰ ਉਹ ਆਨੰਦ ਨਹੀਂ ਬਣਦਾ, ਉਹ ਗੱਲ ਨਹੀਂ ਬਣਦੀ। ਫਲ ਜ਼ਰੂਰ ਪ੍ਰਾਪਤ ਹੁੰਦਾ ਪਰ ਉਹ ਗੱਲ ਨਹੀਂ ਬਣਦੀ। ਸਤਿਗੁਰੂ ਜੀ ਦੀ ਕਿਰਪਾ ਜਿਹੜੀ ਫੇਸ ਟੂ ਫੇਸ ਆ ਕੇ ਦਰਸ਼ਨ ਕਰਨੇ, ਸੰਗਤ ਦੇ ਦਰਸ਼ਨ ਕਰਨੇ ਆ ਨਾ, ਇਹ ਆਨੰਦ ਵੱਖਰਾ ਬਣ ਜਾਂਦਾ ਏ। ਇਸ ਕਰਕੇ ਆਓ ਵੱਧ ਤੋਂ ਵੱਧ ਸੰਗਤ ਪਹੁੰਚਿਆ ਕਰੋ ਪਿਆਰਿਓ। ਸਤਿਗੁਰ ਦੇ ਸਨਮੁਖ ਵਿਚਾਰ ਕਰਦੇ ਆ, ਕਥਾ ਕਰਦੇ ਆ। ਅਨੇਕ ਪ੍ਰਕਾਰ ਦੀਆਂ ਤਮਾਮ ਗਲਤੀਆਂ, ਖਰਵਾਦਾ ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ ਕਰਨਾ। ਅੱਗੇ ਤੋਂ ਸਮਤ ਬਖਸ਼ਣ, ਬਾਣੀ ਪੜਨ ਦੀ, ਵਿਚਾਰ ਕਥਾ ਕਰਨ ਦੀ ਬਾਲ ਬੁੱਧੀ ਸਮਰੱਥਾ ਬਖਸ਼ਨਾਓ। ਸਤਿਗੁਰ ਦੇ ਸਨਮੁਖ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।